ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਡੋਰ ਸਟੈਪ ਐਜੂਕੇਸ਼ਨ ਪੁਆਇੰਟ। ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਦੋਸਤੋ, ਅੱਜ ਦੀ ਆਪਣੀ ਜਿਹੜੀ ਵੀਡੀਓ ਹੈ ਇਹ ਵੀਡੀਓ ਨੰਬਰ 4 ਹੈ, ਜਿੱਥੇ ਆਪਾਂ ਅੰਗਰੇਜ਼ੀ ਪੈਡਾਗੋਜੀ ਦੇ ਕੁਝ ਪ੍ਰਸ਼ਨਾਂ ਨੂੰ ਡਿਸਕਸ ਕਰਨ ਜਾ ਰਹੇ ਹਾਂ ਜੀ। ਤੇ ਦੋਸਤੋ, ਅੱਜ ਦੀ ਆਪਣੀ ਜਿਹੜੀ ਕਲਾਸ ਹੈ ਇਹਨੂੰ ਆਪਾਂ 24 ਦਸੰਬਰ 2021 ਦੇ ਵਿੱਚ ਜਿਹੜਾ ਪੀਐਸ ਟੈਟ ਦਾ ਐਗਜ਼ਾਮ ਹੋਣਾ ਹੈ ਉਹਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਵੀਡੀਓ ਨੂੰ ਬਣਾਇਆ ਜਾ ਰਿਹਾ ਹੈ। ਤੇ ਦੋਸਤੋ, ਪੇਪਰ 1 ਤੇ ਪੇਪਰ 2 ਦੋਨਾਂ ਦਾ ਹੀ ਜਿਹੜਾ ਸਿਲੇਬਸ ਹੈ ਜੀ ਇਸ ਵੀਡੀਓ ਦੇ ਥਰੂ ਕਵਰ ਹੁੰਦਾ ਹੈ। ਜੇਕਰ ਤੁਸੀਂ ਇਹਨਾਂ ਵੀਡੀਓਜ਼ ਦੇ ਪ੍ਰਸ਼ਨਾਂ ਨੂੰ ਆਪ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹੋ, ਮਤਲਬ ਕਿ ਜਦੋਂ ਵੀਡੀਓ ਪਲੇ ਹੋ ਰਹੀ ਹੋਏਗੀ ਤੁਸੀਂ ਵੀਡੀਓ ਨੂੰ ਪੌਜ਼ ਕਰਨ ਤੋਂ ਬਾਅਦ ਉਹਨਾਂ ਕੁਐਸਚਨ ਨੂੰ ਆਪ ਅਟੈਂਪਟ ਕਰਦੇ ਹੋ, ਫਿਰ ਉਹਨਾਂ ਨੂੰ ਸਮਝਦੇ ਹੋ, ਤੇ ਤੁਹਾਡੇ ਜਿਹੜੇ ਨੰਬਰ ਹੈਗੇ ਆ ਜੀ ਐਗਜ਼ਾਮ ਦੇ ਵਿੱਚ ਉਹ ਡੈਫੀਨੇਟਲੀ ਇਨਕਰੀਜ਼ ਹੋਣਗੇ ਤੇ ਚੰਗੇ ਨੰਬਰਾਂ ਨਾਲ ਤੁਸੀਂ ਇਹ ਜਿਹੜੀ ਪ੍ਰੀਖਿਆ ਹੈ ਉਹ ਪਾਸ ਵੀ ਕਰੋਗੇ। ਸੋ ਦੋਸਤੋ, ਤੁਹਾਡਾ ਬਹੁਤਾ ਨਾ ਸਮਾਂ ਖਰਾਬ ਕਰਦੇ ਹੋਏ ਆਪਾਂ ਵੀਡੀਓ ਨੂੰ ਕਰਦੇ ਹਾਂ ਤੇ ਸ਼ੁਰੂ। ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਇਸ ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਹੈ ਤੇ ਇਹ ਸਬਸਕ੍ਰਾਈਬ ਬਟਨ ਤੇ ਕਲਿੱਕ ਕਰਕੇ ਇਹਨੂੰ ਬਲੈਕ ਜ਼ਰੂਰ ਕਰ ਲਿਓ ਜੀ। ਤੇ ਇਹਦੇ ਨਾਲ ਇੱਕ ਬੈਲ ਆਈਕਨ ਹੋਏਗਾ, ਤੇ ਬੈਲ ਆਈਕਨ ਪ੍ਰੈਸ ਕਰਨ ਦੀ ਕਿਉਂ ਲੋੜ ਹੈ ਜੀ? ਕਿਉਂਕਿ ਕੱਲ ਨੂੰ ਮੈਂ ਕੋਈ ਹੋਰ ਵੀ ਵੀਡੀਓ ਅਪਲੋਡ ਕਰੂੰਗਾ ਤੇ ਤੁਹਾਨੂੰ ਨੋਟੀਫਿਕੇਸ਼ਨ ਨਹੀਂ ਮਿਲੇਗਾ। ਜੇਕਰ ਤੁਸੀਂ ਬੈਲ ਆਈਕਨ ਪ੍ਰੈਸ ਕੀਤਾ ਹੋਏਗਾ ਤੇ ਤੁਹਾਨੂੰ ਜਿਹੜਾ ਨੋਟੀਫਿਕੇਸ਼ਨ ਹੈ ਜੀ ਉਹ ਨਾਲ ਦੀ ਨਾਲ ਮਿਲ ਜਾਏਗਾ ਕਿ ਡੋਰ ਸਟੈਪ ਐਜੂਕੇਸ਼ਨ ਪੁਆਇੰਟ ਦਾ ਜਿਹੜਾ ਚੈਨਲ ਹੈ ਉਸ ਚੈਨਲ ਨੇ ਇਹ ਵੀਡੀਓ ਅਪਲੋਡ ਕੀਤੀ ਹੈ। ਸੋ ਤੁਸੀਂ ਉਹਨਾਂ ਇੰਪੋਰਟੈਂਟ ਵੀਡੀਓ ਨੂੰ ਮਿਸ ਨਹੀਂ ਕਰੋਗੇ। ਸੋ ਦੋਸਤੋ, ਸਬਸਕ੍ਰਾਈਬ ਬਟਨ ਤੇ ਤਾਂ ਕਲਿੱਕ ਕਰਨਾ ਹੀ ਹੈ ਤੇ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਲੈਣਾ ਹੈ। ਸੋ ਦੋਸਤੋ, ਸ਼ੁਰੂ ਕਰਦੇ ਹਾਂ ਅੱਜ ਦੇ ਆਪਣੇ ਪਹਿਲੇ ਪ੍ਰਸ਼ਨ ਤੋਂ। ਇਸ ਤੋਂ ਪਹਿਲਾਂ ਆਪਾਂ ਕੁਝ ਸੈਸ਼ਨ ਲੈ ਚੁੱਕੇ ਹਾਂ। ਸੋ ਅੱਜ ਦਾ ਆਪਣਾ ਜਿਹੜਾ ਪ੍ਰਸ਼ਨ ਹੋਏਗਾ ਜੀ 46th, ਮਤਲਬ ਜਿੱਥੇ ਆਪਾਂ 15 ਪ੍ਰਸ਼ਨ ਡਿਸਕਸ ਕਰਾਂਗੇ। ਪਹਿਲਾ ਜਿਹੜਾ ਪ੍ਰਸ਼ਨ ਹੈ, which one is not a method of teaching spellings? ਸਪੈਲਿੰਗ ਆਪਾਂ ਪੜਾਉਂਦੇ ਆ ਨਾ, ਜਿਵੇਂ ਕਿ ਬੱਚਿਆਂ ਨੂੰ ਡਿਕਟੇਸ਼ਨ ਵਗੈਰਾ ਲਿਖਵਾ ਦਿੰਨੇ ਆ। ਸੋ ਉਹ ਆਪਾਂ ਕੀ ਕਰਦੇ ਆ, ਬੱਚਿਆਂ ਨੂੰ ਸਪੈਲਿੰਗ ਜਦੋਂ ਯਾਦ ਕਰਾਉਂਦੇ ਆ। ਸੋ ਤੁਹਾਡੇ ਤੋਂ ਇਹ ਪੁੱਛਿਆ ਜਾ ਰਿਹਾ ਹੈ ਕਿ ਇਹਨਾਂ ਚਾਰਾਂ ਦੇ ਵਿੱਚੋਂ ਇਹ ਦੱਸੋ ਕਿ ਕਿਹੜਾ ਮੈਥਡ ਜਿਹੜਾ ਕਿ ਜਦੋਂ ਤੁਸੀਂ ਸਪੈਲਿੰਗ ਸਿਖਾਉਣੇ ਹੁੰਦੇ ਆ ਬੱਚਿਆਂ ਨੂੰ, ਇਹਨਾਂ ਵਿੱਚੋਂ ਕਿਹੜਾ ਮੈਥਡ ਹੈ ਉਹ ਸਹੀ ਨਹੀਂ ਹੈ, ਜਾਂ ਫਿਰ ਕਹਿ ਲਓ ਕਿ ਉਹ ਮੈਥਡ ਸਪੈਲਿੰਗ ਪੜਾਉਣ ਦਾ ਹੈ ਹੀ ਨਹੀਂ, ਉਹ ਕੁਝ ਹੋਰ ਸਿਖਾਉਣ ਦਾ ਹੈ। ਸੋ ਦੋਸਤੋ ਦੱਸੋ, ਡਿਕਟੇਸ਼ਨ, ਡਿਕਸ਼ਨਰੀ, ਡ੍ਰਿਲ ਜਾਂ ਫਿਰ ਡਰਾਮੇਟਾਈਜੇਸ਼ਨ। ਸੋ ਆਪਾਂ ਸਮਝਾਂਗੇ ਕਿ ਇਹਦਾ ਸਹੀ ਜਵਾਬ ਕੀ ਹੈ ਤੇ ਬਾਕੀ ਦੇ ਜਵਾਬ ਮਤਲਬ ਉਹ ਸਪੈਲਿੰਗ ਸਿਖਾਉਣ ਵਾਲੇ ਹੀ ਹੈਗੇ ਆ ਜਾਂ ਨਹੀਂ। ਵੇਖਦੇ ਆ ਫਿਰ ਇਹਦਾ ਜਿਹੜਾ ਸਹੀ ਜਵਾਬ ਹੋਏਗਾ ਜੀ। ਮਤਲਬ ਜੇ ਆਪਾਂ ਡਿਕਟੇਸ਼ਨ ਦੀ ਗੱਲ ਕਰੀਏ, ਆਪਸ਼ਨ ਨੰਬਰ ਏ ਦੀ। ਸੋ ਜਦੋਂ ਵੀ ਆਪਾਂ ਬੱਚਿਆਂ ਨੂੰ ਡਿਕਟੇਸ਼ਨ ਲਿਖਾਉਣੇ ਆ ਤੇ ਮੇਨਲੀ ਆਪਾਂ ਸਪੈਲਿੰਗ ਤੇ ਹੀ ਐਮਫਸਾਈਜ਼ ਕਰਦੇ ਆ ਨਾ, ਸਪੈਲਿੰਗ ਤੇ ਆਪਾਂ ਜ਼ੋਰ ਦਿੰਨੇ ਆ, ਸਪੈਲਿੰਗ ਬੱਚਿਆਂ ਨੂੰ ਯਾਦ ਕਰਾਉਣੇ ਆ, ਉਹਨਾਂ ਦੀ ਪ੍ਰੋਨੰਸੀਏਸ਼ਨ ਯਾਦ ਕਰਾਉਣੇ ਆ। ਸੋ ਆਪਸ਼ਨ ਨੰਬਰ ਏ ਤਾਂ ਹੋਏਗਾ ਨਹੀਂ। ਇਹਨਾਂ ਨੇ ਪੁੱਛਿਆ ਕੀ ਆ ਕਿ ਨਾਟ ਅ ਮੈਥਡ, ਮਤਲਬ ਕਿ ਤਿੰਨ ਇਹੋ ਜਿਹੇ ਇੱਥੇ ਆਪਸ਼ਨ ਹੈਗੇ ਆ ਜਿਹੜੇ ਕਿ ਸਪੈਲਿੰਗ ਸਿਖਾਉਣ ਦੀ ਗੱਲ ਕਰਦੇ ਆ। ਡਿਕਸ਼ਨਰੀ, ਇਹ ਵੀ ਗੱਲ ਠੀਕ ਹੈ ਜੀ, ਇੱਥੇ ਆਪਾਂ ਨੂੰ ਸਪੈਲਿੰਗ ਦਾ ਪਤਾ ਲੱਗਦਾ ਹੈ। ਡ੍ਰਿਲ ਜਾਂ ਫਿਰ ਡਰਾਮੇਟਾਈਜੇਸ਼ਨ, ਹੁਣ ਤੁਸੀਂ ਇੱਥੇ ਕਨਫਿਊਜ਼ ਹੋ ਸਕਦੇ ਹੋ। ਸੋ ਕਾਫੀ ਸਾਰੇ ਸਟੂਡੈਂਟ ਨੇ ਜਵਾਬ ਦੇ ਦਿੱਤਾ ਹੋਏਗਾ। ਜੇਕਰ ਆਪਾਂ ਡ੍ਰਿਲ ਦੀ ਗੱਲ ਕਰੀਏ, ਡ੍ਰਿਲ ਦੇ ਵਿੱਚ ਜਿਹੜੇ ਸਪੈਲਿੰਗ ਹੁੰਦੇ ਆ ਨਾ, ਆਪਾਂ ਉਹਨਾਂ ਦੀ ਪ੍ਰੈਕਟਿਸ ਵਗੈਰਾ ਕਰਾਉਨੇ ਆ, ਠੀਕ ਹੈ ਜੀ, ਪ੍ਰੈਕਟਿਸ ਵਗੈਰਾ ਕਰਾਉਨੇ ਆ, ਰੈਪੀਟੇਸ਼ਨ ਕਰਾਉਨੇ ਆ ਉਹਨਾਂ ਵਰਡਸ ਦੀ। ਬਟ ਜੇਕਰ ਆਪਾਂ ਡਰਾਮੇਟਾਈਜੇਸ਼ਨ ਦੀ ਗੱਲ ਕਰੀਏ, ਇਹਦੇ ਵਿੱਚ ਆਪਾਂ ਨਾਟਕ ਵਗੈਰਾ ਕਰਾਉਨੇ ਆ। ਮਤਲਬ ਹਰ ਕੈਂਡੀਡੇਟ ਨੂੰ, ਹਰ ਸਟੂਡੈਂਟ ਨੂੰ ਇੱਕ ਰੋਲ ਅਸਾਈਨ ਕਰ ਦਿੱਤਾ ਜਾਂਦਾ ਹੈ ਤੇ ਆਪ ਦਾ ਜਦੋਂ ਵੀ ਉਹ ਸਪੀਚ ਆਉਂਦੀ ਹੈ ਉੱਥੇ ਉਹ ਬੋਲਣਾ ਸ਼ੁਰੂ ਕਰਦੇ ਹੈ ਡਰਾਮੇਟਾਈਜੇਸ਼ਨ ਦੇ ਵਿੱਚ। ਸੋ ਇਹਦਾ ਜਵਾਬ ਕੀ ਹੋਏਗਾ ਜੀ? ਆਪਸ਼ਨ ਨੰਬਰ ਡੀ। ਡਰਾਮੇਟਾਈਜੇਸ਼ਨ ਦੇ ਵਿੱਚ ਆਪਾਂ ਸਪੈਲਿੰਗ ਨਹੀਂ ਸਿਖਾਉਂਦੇ ਬੱਚਿਆਂ ਨੂੰ, ਉਹਦੇ ਤਾਂ ਸਿੱਧੀ ਸਪੀਚ ਹੀ ਬੋਲਣੀ ਹੁੰਦੀ ਹੈ ਨਾ, ਆਪ ਦੇ ਜਿਹੜੇ ਵਿਊਜ਼ ਹੁੰਦੇ ਆ, ਐਕਸਪ੍ਰੈਸ਼ਨ ਹੁੰਦਾ ਜੀ, ਉਹ ਇੱਥੇ ਸ਼ੋ ਕਰਦੇ ਆ। ਸੋ ਆਪਸ਼ਨ ਨੰਬਰ ਡੀ ਕੀ ਹੈ ਜੀ? ਇਹ ਤੁਹਾਡਾ ਸਹੀ ਜਵਾਬ ਹੈ। ਇਸ ਦੇ ਨਾਲ ਹੀ ਚੱਲਦੇ ਹਾਂ ਅੱਜ ਦੇ ਆਪਾਂ ਅਗਲੇ ਪ੍ਰਸ਼ਨ ਤੇ। ਅਗਲੇ ਪ੍ਰਸ਼ਨ ਦੇ ਵਿੱਚ ਤੁਹਾਨੂੰ ਕੀ ਪੁੱਛਿਆ ਜਾ ਰਿਹਾ ਹੈ, when grammar is taught not as a separate subject but along with the graded readers it is, ਮਤਲਬ ਇਹ ਕਿ ਜਦੋਂ ਤੁਹਾਨੂੰ ਗ੍ਰਾਮਰ ਇੱਕ ਵੱਖਰਾ ਵਿਸ਼ਾ ਨਹੀਂ ਪੜਾਇਆ ਜਾਂਦਾ, ਤੁਹਾਨੂੰ ਨਾ ਬਾਕੀ ਚੀਜ਼ਾਂ ਦੇ ਨਾਲ ਹੀ ਪੜਾਇਆ ਜਾਂਦਾ। ਸੋ ਤੁਸੀਂ ਇਹਨੂੰ ਕੀ ਕਹਿੰਦੇ ਹੋ, ਮਤਲਬ ਕਿ ਤੁਸੀਂ ਇਹਦਾ ਕੀ ਨਾਮ ਦਿਓਗੇ? ਇੱਥੇ ਇਹ ਗੱਲ ਕੀਤੀ ਹੈ ਕਿ ਜਦੋਂ ਬਾਕੀ ਸਬਜੈਕਟਸ ਨਾਲ ਕਹਿ ਲਓ ਜਾਂ ਫਿਰ ਬਾਕੀ ਚੀਜ਼ਾਂ ਨਾਲ ਜਦੋਂ ਤੁਹਾਨੂੰ ਗ੍ਰਾਮਰ ਫਿਰ ਪੜਾਈ ਜਾਂਦੀ ਹੈ, ਉਹਦੇ ਨਾਲ ਨਾਲ ਪੜਾਈ ਜਾਂਦੀ ਹੈ, ਇੱਕ ਵੱਖਰਾ ਵਿਸ਼ਾ ਨਹੀਂ ਪੜਾਇਆ ਜਾਂਦਾ, ਕਿ ਉਹਨੂੰ ਤੁਸੀਂ ਟ੍ਰੈਡੀਸ਼ਨਲ ਗ੍ਰਾਮਰ ਕਹਿੰਦੇ ਹੋ, ਫੰਕਸ਼ਨਲ ਗ੍ਰਾਮਰ ਕਹਿੰਦੇ ਹੋ, ਕੰਪੈਰੀਟਿਵ ਗ੍ਰਾਮਰ ਕਹਿੰਦੇ ਹੋ, ਜਾਂ ਫਿਰ ਆਲ ਦ ਅਬਵ। ਆਲ ਦ ਅਬਵ ਤੇ ਨਹੀਂ ਜਾਣਾ, ਠੀਕ ਹੈ ਨਾ ਜੀ। ਸੋ ਟ੍ਰੈਡੀਸ਼ਨਲ ਗ੍ਰਾਮਰ ਤੇ ਇਹ ਜਵਾਬ ਹੋ ਸਕਦਾ ਹੈ। ਟ੍ਰੈਡੀਸ਼ਨਲ ਗ੍ਰਾਮਰ ਨੂੰ ਆਪਾਂ ਵੈਸੇ ਗ੍ਰਾਮਰ ਟ੍ਰਾਂਸਲੇਸ਼ਨ ਮੈਥਡ ਵੀ ਕਹਿੰਦੇ ਆ। ਸੋ ਇਹ ਜਵਾਬ ਨਹੀਂ ਹੈਗਾ। ਬਟ ਜੇ ਆਪਾਂ ਸਹੀ ਜਵਾਬ ਦੀ ਗੱਲ ਕਰੀਏ, ਉਹ ਹੈ ਫੰਕਸ਼ਨਲ ਗ੍ਰਾਮਰ। ਫੰਕਸ਼ਨਲ ਗ੍ਰਾਮਰ ਦੇ ਵਿੱਚ ਤੁਸੀਂ ਬਸ ਇਹ ਬੇਸਿਕ ਜੀ ਗੱਲ ਸਮਝ ਲਓ ਕਿ ਜਦੋਂ ਵੀ ਆਪਾਂ ਗ੍ਰਾਮਰ ਪੜਾਉਂਦੇ ਆ ਨਾ ਫੰਕਸ਼ਨਲ ਗ੍ਰਾਮਰ ਦੇ ਵਿੱਚ, ਆਪਾਂ ਟੈਕਸਟ ਦੇ ਨਾਲ ਸਮਝਾਉਂਦੇ ਆ ਉਹਨਾਂ ਨੂੰ, ਜਿਵੇਂ ਹੈ ਨਾ ਲੈਸਨ ਦੇ ਨਾਲ ਨਾਲ ਕਹਿ ਲਓ, ਜਾਂ ਫਿਰ ਕੋਈ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਹੋ ਸਕਦੀਆਂ ਜੋ ਕੁਝ ਵੀ ਆਪਾਂ ਪੜ੍ਹਾ ਰਹੇ ਆ ਐਜ਼ ਅ ਡਿਫਰੈਂਟ ਸਬਜੈਕਟ। ਆਪਾਂ ਉਹਨਾਂ ਨੂੰ ਗ੍ਰਾਮਰ ਨਹੀਂ ਕਰਾਉਂਦੇ, ਉਹਨਾਂ ਟੈਕਸਟ ਦੇ ਨਾਲ, ਪੈਰਾਗ੍ਰਾਫ ਦੇ ਨਾਲ, ਪੈਸੇਜ ਦੇ ਨਾਲ, ਲੈਸਨ ਦੇ ਨਾਲ, ਸਟੋਰੀ ਦੇ ਨਾਲ ਆਪਾਂ ਬੱਚਿਆਂ ਨੂੰ ਕੀ ਕਰਦੇ ਆ ਜੀ? ਗ੍ਰਾਮਰ ਸਿਖਾਉਂਦੇ ਆ। ਉਹਨੂੰ ਆਪਾਂ ਕਹਿੰਦੇ ਆ ਫੰਕਸ਼ਨਲ ਗ੍ਰਾਮਰ। ਆਪਸ਼ਨ ਨੰਬਰ ਬੀ ਨੂੰ ਕਰ ਸਕਦੇ ਹੋ ਟਿਕ। ਇਸ ਦੇ ਨਾਲ ਹੀ ਚੱਲਦੇ ਆ ਅਗਲੇ ਪ੍ਰਸ਼ਨ ਤੇ। 2 and 2 makes 4, this sentence is, ਕੀ ਇਹ ਇੰਪੈਰੇਟਿਵ ਸੈਂਟੈਂਸ ਹੈ, ਆਪਟਿਵ ਸੈਂਟੈਂਸ ਹੈ, ਅਸਰਟਿਵ ਸੈਂਟੈਂਸ ਹੈ ਜਾਂ ਫਿਰ ਐਕਸਕਲੇਮੇਟਰੀ ਸੈਂਟੈਂਸ ਹੈ? ਸੋ ਤੁਹਾਨੂੰ ਕੀ ਪੁੱਛਿਆ ਜਾ ਰਿਹਾ ਹੈ? 2 and 2 makes 4 ਇੱਕ ਸੈਂਟੈਂਸ ਦਿੱਤਾ ਹੋਇਆ। ਵੈਸੇ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਇੰਪੈਰੇਟਿਵ ਸੈਂਟੈਂਸ ਕਿਹੜੇ ਹੁੰਦੇ ਆ ਤੇ ਅਸਰਟਿਵ ਸੈਂਟੈਂਸ ਕਿਹੜੇ ਹੁੰਦੇ ਆ। ਇੰਪੈਰੇਟਿਵ ਸੈਂਟੈਂਸ ਉਹ ਸੈਂਟੈਂਸ ਹੁੰਦੇ ਆ ਜਿੱਥੇ ਕਿ ਕੋਈ ਰਿਕੁਐਸਟ ਕੀਤੀ ਜਾਵੇ,
कोई ऑर्डर दिता जाए, ठीक है ना जी, या फिर कोई होर सिंपली गल की जाए। बट जेकर आप असर्टिव की गल करिए, ये एक सिंपली जस्ट स्टेटमेंट होंगी है, ठीक है ना जी, ये की होंगी है एक जस्ट सिंपली एक स्टेटमेंट होंगी है, जिवें कि 2 and 2 मेक्स 4, ठीक है ना जी। सो एक वैसे गल दसी जा रही है, बट इंपैरेटिव दे विच कह लो कि कोई रिक्वेस्ट वगैरह की जाती होंगी या फिर कोई एडवाइस दी जाती है या फिर कोई ऑर्डर दिता जाता है। इंपैरेटिव दे तुसीं दे विच ये गल याद रखनी है, बट ये कोई ऑर्डर तो नहीं दिता गया, ना कोई रिक्वेस्ट की गई है, ना कोई एडवाइस दी गई है। सो ये की है जी, ये है असर्टिव सेंटेंस। ऑप्शन नंबर सी नूं कर सकते हो टिक। ये वैसे ग्रामर का क्वेश्चन सी। चलते हैं अगले प्रश्न ते। विच ऑफ द फॉलोइंग इज नॉट अ फंडामेंटल प्रिंसिपल ऑफ प्रोग्राम्ड इंस्ट्रक्शन टेक्स्ट बुक्स। की पूछा जा रहा है जी, सो फंडामेंटल प्रिंसिपल ऑफ प्रोग्राम्ड इंस्ट्रक्शन टेक्स्ट बुक, जदों कि टेक्स्ट बुक बनाई जांदियां ना, उन्होंने भी कह लो कि कुछ आपां गल्लां ध्यान दे विच रखदे हां, ठीक है ना जी, कि आप जिहड़ी किताब है, मतलब कि जिहड़े भी ये किताबां लिखदे आ, पब्लिश करदे आ, इन्हां नूं तैयार करवाउंदे आ, सो वो ਜਦੋਂ ਇਹ ਕਿਤਾਬਾਂ ਲਿਖ ਰਹੇ ਹੁੰਦੇ ਆ ਵੀ ਉਹ ਕੀ ਕਰਦੇ ਆ ਜੀ, ਸਾਈਕੋਲੋਜਿਸਟ ਨਾਲ ਉਹ ਕਰਦੇ ਆ, ਗੱਲਬਾਤ ਕਰਦੇ ਆ ਕਿ ਇਸ ਕਿਤਾਬ ਦੇ ਵਿੱਚ ਜਿਹੜਾ ਕੰਟੈਂਟ ਹੈ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ। ਸੋ ਉਹੀ ਗੱਲ ਪੁੱਛੀ ਜਾ ਰਹੀ ਆ ਕਿ ਇਹਦੇ ਵਿੱਚ ਕਿਹੜੀ ਇਹੋ ਜਿਹੀ ਗੱਲ ਹੈਗੀ ਆ, ਪ੍ਰਿੰਸੀਪਲ ਹੈ ਜਿਹੜਾ ਕਿ ਉਹਨਾਂ ਟੈਕਸਟ ਬੁੱਕ ਦੇ ਵਿੱਚ ਨਹੀਂ ਹੋਏਗਾ, ਠੀਕ ਹੈ ਜੀ। ਸੈਲਫ ਪੇਸਿੰਗ, एक्टिव रिस्पोंडिंग, पासिव रिस्पोंडिंग या फिर इमीडिएट कन्फर्मेशन। जेकर तुहानूं यह प्रश्न नहीं भी आउंदा, तुक्का भी लगाउणा होवे, तुसीं ये वेखो इत्थे एक्टिव ते पासिव दोवें ऑपोजिट लिखे होए आ। इहदा मतलब तां यही होया ना कि ये दोवें जवाब तां हो नहीं सकदे, इन्हां दोवां च ही होएगा। बट सैल्फ पेसिंग दा की मतलब है, वैसे जे आपां समझण दी कोशिश करिए, जदों किताबां नूं आपां आप पढ़दे आ ते इहदे नाल हुंदा की है कि आपां खुद ही काफ़ी जिहड़े क्वेश्चन हैगे आ जी, आपां उहनां नूं समझ सकीए। ये कुछ इहो जिहियां इंस्ट्रक्शन हुंदियां जिहदे विच जिहड़ा लर्नर है ना, वो अपने आप ही सारियां चीज़ां नूं समझ पा रहा हुंदा, ठीक है जी। सो ये सैल्फ पेसिंग की गल की गई है। एक्टिव रिस्पोंडिंग कि जो कुछ बच्चा पढ़ रहा है ना, अंदरों अंदर जवाब भी दिंदा रहे। पासिव रिस्पोंडिंग का मतलब की है जी कि वो मतलब जवाब नहीं देगा, ठीक है ना जी, पासिविटी की गल की जा रही है। सो ऑप्शन नंबर सी तुहाडा सही जवाब है जी, इमीडिएट कन्फर्मेशन। सो ये गल भी ठीक है जी, मतलब कि इंस्ट्रक्शन जिहड़ियां टैक्सट बुक्स दी होंदियां भी फॉलोइंग इज अ फंडामेंटल प्रिंसिपल, भी सैल्फ पेसिंग भी वधिया है, एक्टिव रिस्पोंडिंग भी ठीक है जी, इमीडिएट कन्फर्मेशन भी ठीक है, बट पासिव रिस्पोंडिंग नहीं आपां करदे, ठीक है ना जी। आपां तां मेनली बच्चा नूं की करना है जी, एक्टिव रिस्पोंडिंग कर किताबां पढ़ के। सो इस तरह ही जिहड़े प्रिंसिपल हैगे आ जी, इन्हां नूं ध्यान दे विच रखिया जांदा है। सो पासिव रिस्पोंडिंग इज द राइट आंसर। चलदे हां जी अगले प्रश्न ते। अगला जिहड़ा प्रश्न है ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਵਿਚ ਆਫ ਦਾ ਫੋਲੋਇੰਗ ਪਰਸਪੈਕਟਿਵ ਪ੍ਰਪੋਜ਼ਸ ਲੈਂਗੁਏਜ ਟੂ ਬੀ ਅ ਬਾਇਓਲੋਜੀਕਲ ਪ੍ਰੋਸੈਸਸ। ਇਹਨਾਂ ਦੇ ਵਿੱਚੋਂ ਦੱਸੋ ਕਿ ਜਿਹੜੇ ਨੇ ਵੀ ਹੈਗੇ ਆ, ਮਤਲਬ ਆਇਨੈਟਿਸਟ ਹੈਗੇ ਆ, ਬਿਹੇਵੀਅਰਿਸਟ ਹੈਗੇ ਆ, ਕੰਸਟਰਕਟਿਵਿਸਟ ਹੈਗੇ ਆ, ਜਾਂ ਫਿਰ ਇੰਟਰੈਕਟਿਵ ਹੈਗੇ ਆ, ਜਿਹੜੇ ਵੀ ਮਤਲਬ ਇਹ ਸਾਈਕੋਲੋਜਿਸਟ ਹੋਏ ਆ, ਇਹ ਥਿੰਕਿੰਗ ਰੱਖਣ ਵਾਲੇ। ਸੋ ਇਹਨਾਂ ਨੇ ਜਿਹੜੀ ਗੱਲ ਕੀਤੀ ਹੈ लैंग्वेज की, एक बायोलॉजिकल प्रोसैस है। बायोलॉजिकल प्रोसैस का मतलब यह है कि बच्चा जो जन्म लैंदा है ना, वो बच्चा जन्म तो ही कह लो कि कुछ फीचर्स लैके आउंदा हुंदा लैंग्वेज के, मतलब वो जन्मजात ही हुंदियां कुछ इहो ਜਿਹੇ फीचर्स हुंदे आ, वो कुछ इहो ਜਿਹੇ गल करदे, वो कौन करदे आ कि वो बिहेवियरिस्ट, कंस्ट्रक्टिविस्ट या फिर इंटरैक्टिव। सो इत्थे जिहड़ा सही जवाब है वह है आइनेटिस्ट, ठीक है ना जी। आइनेटिस्ट हैगे जिहड़े जी इन्हां दीयां गल्लां करदे आ कि जिहड़े बच्चे हुंदे आ, वो एक लैंग्वेज है ना, जिहड़ा एक बायोलॉजिकल प्रोसैस है। ऑप्शन नंबर ए नूं कर सकते हो टिक। सो एक रट्टा बेस्ड प्रश्न सेगा, इन्हूं तुसीं याद कर लिओ। अगे वेखो, इंग्लिश इज गिवन द स्टेटस ऑफ, ये काफ़ी बार जिहड़ा प्रश्न है ना सीटैट दे विच भी ते पीएसटैट दे विच भी पूछा गया है। इंग्लिश नूं कई बार तुसीं कहने हो कि शायद ये ऑफिशियल लैंग्वेज होवे, बट तुसीं वेखो इहदा की जवाब दिंदे हो। ऑप्शन नंबर ए दे विच लिखिया होया ऑफिशियल लैंग्वेज ऑफ इंडिया, इंटरनेशनल लैंग्वेज ऑफ इंडिया, एसोसीएट ऑफिशियल लैंग्वेज ऑफ इंडिया या फिर नैशनल लैंग्वेज ऑफ इंडिया। सो दोस्तों इंग्लिश है ना जिहड़ा ਇਹਨੂੰ ਜਿਹੜਾ ਦਰਜਾ ਦਿੱਤਾ ਗਿਆ ਹੈ ਭਾਰਤੀ ਸੰਵਿਧਾਨ ਦੇ ਵਿੱਚ ਜਾਂ ਫਿਰ ਭਾਰਤ ਦੇ ਵਿੱਚ, ਉਹ ਕਿਹਦਾ ਦਿੱਤਾ ਗਿਆ ਹੈ ਜੀ, ਐਸੋਸੀਏਟ ਆਫੀਸ਼ੀਅਲ ਲੈਂਗੁਏਜ ਆਫ ਇੰਡੀਆ, ਨਾਟ ਆਫੀਸ਼ੀਅਲ ਲੈਂਗੁਏਜ ਬਟ ਐਸੋਸੀਏਟ ਆਫੀਸ਼ੀਅਲ ਲੈਂਗੁਏਜ ਆਫ ਇੰਡੀਆ। ਸੋ ਆਪਸ਼ਨ ਨੰਬਰ ਸੀ ਹੈ ਜੀ ਤੁਹਾਡਾ ਸਹੀ ਜਵਾਬ। ਇਸ ਦੇ ਨਾਲ ਹੀ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਥੀਏਟਰ ਐਕਟੀਵਿਟੀਜ਼ ਇਨ ਅ ਲੈਂਗੁਏਜ ਕਲਾਸਰੂਮ, ਜਿਹੜੀਆਂ ਥੀਏਟਰ ਐਕਟੀਵਿਟੀਜ਼ ਕਰਵਾਈਆਂ ਜਾਂਦੀਆਂ ਇੱਕ ਭਾਸ਼ਾ ਦੇ ਕਲਾਸਰੂਮ ਦੇ ਵਿੱਚ, ਉਹਦੇ ਨਾਲ ਹੁੰਦਾ ਕੀ ਹੈ, एनहांस द कॉन्फिडेंस ऑफ द लर्नर, मतलब कि ਜਿਹੜੇ ਵੀ ਲਰਨਰ ਹੈਗੇ ਆ, ਸਟੂਡੈਂਟ ਹੈਗੇ ਆ, ਉਹਨਾਂ ਦਾ ਜਿਹੜਾ ਆਤਮ ਵਿਸ਼ਵਾਸ ਹੈ ਉਹ ਵਧੇਗਾ, ਉਹਨਾਂ ਦੇ ਜਾਂ ਫਿਰ ਕਹਿ ਲਓ ਇੰਪਰੂਵ देयर डायलॉग डिलीवरी, मतलब कि जो कुछ भी बोलणगे डायलॉग देणगे ਉਹਨਾਂ ਦੀ ਉਹ ਇੰਪਰੂਵ ਹੋਏਗੀ, ਜਾਂ ਫਿਰ ਇੰਪਰੂਵ ਕਲਾਸ ਕੋਆਰਡੀਨੇਸ਼ਨ, ਵੀ ਕਲਾਸ ਦੇ ਵਿੱਚ ਜਿਹੜਾ ਕੋਆਰਡੀਨੇਸ਼ਨ ਹੈ, ਠੀਕ ਹੈ ਨਾ, ਹਰੇਕ ਨਾਲ ਉਹ ਇੰਪਰੂਵ ਹੋਏਗਾ, ਜਾਂ ਫਿਰ एनहांस ਕ੍ਰੀਏਟੀਵਿਟੀ ਇਨ ਲੈਂਗੁਏਜ ਯੂਜ਼ ਵਿਦ ਐਕਸਪ੍ਰੈਸ਼ਨ, ਵੀ खुद ਨੂੰ ਐਕਸਪ੍ਰੈਸ ਕਰਨਗੇ ਨਾ, ਜਿਹੜੇ ਆਪਦੇ ਵਿਚਾਰ ਹੋਣਗੇ ਉਹ ਰੱਖਣਗੇ, ਤੇ ਉਹਨਾਂ ਦੀ ਜਿਹੜੀ ਕ੍ਰੀਏਟੀਵਿਟੀ ਹੋਏਗੀ, ਸਿਰਜਣਾਤਮਕਤਾ ਹੋਏਗੀ लैंग्वेज ਦੇ ਵਿੱਚ, ਉਹ ਵਧੇਗੀ। ਸੋ ਦੋਸਤੋ ਇਹਦਾ ਜਿਹੜਾ ਸਹੀ ਜਵਾਬ ਹੋਏਗਾ ਜੀ ਉਹ ਕੀ ਹੋਏਗਾ, ਆਪਸ਼ਨ ਨੰਬਰ ए भी सही है, बी भी सही है, सी भी सही है। सो ਇਹਦੇ ਨਾਲ ਜੇਕਰ ਤੁਸੀਂ ਆਪਸ਼ਨ ਨੰਬਰ डी ਨੂੰ ਵੇਖਦੇ ਹੋ, ਇਹ ਸਾਰੀਆਂ ਗੱਲਾਂ ਇਹਦੇ ਵਿੱਚ ਹੀ ਆ ਗਈਆਂ ਨਾ। ਕੌਨਫੀਡੈਂਸ
ਜੇ ਇੰਕਰੀਜ਼ ਹੋ ਰਿਹਾ ਤੇ ਮਤਲਬ ਐਕਸਪ੍ਰੈਸ ਕਰ ਪਾਏਗਾ। ਠੀਕ ਹੈ ਨਾ ਜੀ, ਕ੍ਰੀਏਟਿਵਿਟੀ ਵਧ ਰਹੀ ਹੈ ਉਹਦੀ। ਸੋ ਆਪਸ਼ਨ ਨੰਬਰ ਡੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੋਏਗਾ। ਆਪਸ਼ਨ ਨੰਬਰ ਡੀ ਨੂੰ ਤੁਸੀਂ ਕਰ ਸਕਦੇ ਹੋ ਟਿਕ। ਇਸ ਦੇ ਨਾਲ ਹੀ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਤੇ। ਅਗਲੇ ਪ੍ਰਸ਼ਨ ਨੂੰ ਵੇਖਦੇ ਹਾਂ ਜੀ, ਡੀ ਨੂੰ ਕਰ ਲਿਓ ਟਿਕ। ਅਗਲਾ ਜਿਹੜਾ ਪ੍ਰਸ਼ਨ ਹੈ, ਆਸਕਿੰਗ ਲਰਨਰਸ ਟੂ ਸੁਜੈਸਟ ਐਨ ਅਲਟਰਨੇਟਿਵ ਟਾਈਟਲ ਟੂ ਅ ਸਟੋਰੀ ਵੁੱਡ। ਆਸਕਿੰਗ ਲਰਨਰਸ ਮਤਲਬ ਕਿ ਜਿਹੜੇ ਵੀ ਸਟੂਡੈਂਟ ਹੈਗੇ ਆ, ਲਰਨਰ ਹੈਗੇ ਆ, ਆਪਾਂ ਉਹਨਾਂ ਨੂੰ ਪੁੱਛਾਂਗੇ ਕਿ ਇੱਕ ਜਿਹੜੀ ਕਹਾਣੀ ਹੈ ਨਾ, ਇਹਨੂੰ ਤੁਸੀਂ ਇੱਕ ਅਲਟਰਨੇਟਿਵ ਟਾਈਟਲ ਦਿਓ। ਇੱਕ ਕੀ ਕਰੋ, ਇੱਕ ਹੋਰ ਜਿਹੜਾ ਟਾਈਟਲ ਹੈ, ਠੀਕ ਹੈ ਨਾ ਜੀ, ਸਟੋਰੀ ਦਾ ਜਿਹੜਾ ਨਾਮ ਹੈ ਉਹ ਦਿਓ। ਫਿਰ ਦੇ ਦਿਓ ਤੇ ਉਹਦੇ ਨਾਲ ਹੋਏਗਾ ਕੀ, ਉਹਦੇ ਨਾਲ ਹੋਣਾ ਕੀ ਹੈ, ਇਹ ਆਪਸ਼ਨਾਂ ਨੂੰ ਵੇਖਦੇ ਹਾਂ। ਕਨਫਿਊਜ਼ ਲਰਨਰਸ ਅਬਾਊਟ ਦ ਵੈਲਿਊ ਆਫ ਦ ਸਟੋਰੀ, ਜਾਂ ਫਿਰ ਕਿ ਜਿਹੜੇ ਬੱਚੇ ਹੋਣਗੇ ਉਹ ਭੁੱਲ ਜਾਣਗੇ ਕਿ ਇਸ ਕੀ ਹੋ ਜਾਣਗੇ, ਕਨਫਿਊਜ਼ ਹੋ ਜਾਣਗੇ ਕਿ ਇਹਦੀਆਂ ਜਿਹੜੀਆਂ ਵੈਲਿਊ ਸੀਗੀਆਂ ਸਟੋਰੀ ਦੀਆਂ ਉਹ ਕੀ ਹੈ। ਜਾਂ ਫਿਰ ਐਨਕਰੇਜ them to revisit the story mentally and think critically about it। ਮਤਲਬ ਇਹ ਕਿ ਇਹਦੇ ਵਿੱਚ ਜਿਹੜੇ ਬੱਚੇ ਹੋਣਗੇ ਉਹ ਸਟੋਰੀ ਨੂੰ ਦੁਬਾਰਾ ਰੀਵਿਜ਼ਿਟ ਕਰਨਗੇ, ਮਤਲਬ ਉਹਨੂੰ ਦੁਬਾਰਾ ਰਿਮੈਂਬਰ ਕਰਨਗੇ। ਰਿਮੈਂਬਰ ਕਰਨ ਦਾ ਭਾਵ ਇਹ ਹੈ ਕਿ ਦੁਬਾਰਾ ਪੜ੍ਹਨਗੇ, ਉਹਨੂੰ ਰੀਕਾਲ ਕਰਨਗੇ ਮੈਂਟਲੀ, ਤੇ ਉਹਨੂੰ ਨਾ ਕ੍ਰਿਟੀਕਲੀ ਸੋਚਣਗੇ ਕਿ ਇਹਦਾ ਨਾਮ ਕੀ ਰੱਖਣਾ ਚਾਹੀਦਾ ਹੈ, ਇਹ ਕਰਨਗੇ। ਜਾਂ ਫਿਰ ਆਪਸ਼ਨ ਨੰਬਰ ਸੀ, ਡੀਮੋਟੀਵੇਟ ਲਰਨਰ ਅਬਾਊਟ ਸਟੋਰੀ ਟੈਲਿੰਗ ਸੈਸ਼ਨ। ਜਿਹੜੇ ਲਰਨਰ ਹੋਣਗੇ ਉਹ ਡੀਮੋਟੀਵੇਟ ਹੋ ਜਾਣਗੇ। ਠੀਕ ਹੈ ਨਾ ਜੀ, ਮਤਲਬ ਕਿ ਉਹਨਾਂ ਦਾ ਜਿਹੜਾ ਹੌਸਲਾ ਹੈ ਉਹ ਥੋੜਾ ਜਿਹਾ ਡਿੱਗ ਜਾਏਗਾ, ਡੀਮੋਟੀਵੇਟ ਹੋ ਜਾਣਗੇ, ਤੇ ਇਹਦੇ ਨਾਲ ਮਤਲਬ ਕਿ ਅਬਾਊਟ ਸਟੋਰੀ ਟੈਲਿੰਗ ਸੈਸ਼ਨ ਇਹਦੇ ਨਾਲ। ਜਾਂ ਫਿਰ ਆਪਸ਼ਨ ਨੰਬਰ ਡੀ, ਮੇਕ them doubtful about their own understanding। ਵੀ ਉਹ ਆਪ ਦੀ ਜਿਹੜੀ ਅੰਡਰਸਟੈਂਡਿੰਗ ਹੈਗੀ ਆ, ਸਮਝ ਹੈਗੀ ਆ, ਉਹਦੇ ਨਾਲ ਖੁਦ ਨੂੰ ਉਹਨਾਂ ਨੂੰ ਡਾਊਟ ਆ ਜਾਏਗਾ। ਸੋ ਦੋਸਤੋ ਇੱਥੇ ਤੁਹਾਡਾ ਜਿਹੜਾ ਸਹੀ ਜਵਾਬ ਹੈ ਜੀ ਉਹ ਕੀ ਹੋਏਗਾ, ਇੱਥੇ ਤੁਹਾਡਾ ਸਹੀ ਜਵਾਬ ਆਪਸ਼ਨ ਨੰਬਰ ਬੀ ਹੋਣਾ। ਕਿਉਂ ਬੀ ਸਹੀ ਹੋਊਗਾ ਜੀ, ਕਿਉਂਕਿ ਇਹਦੇ ਵਿੱਚ ਜਦੋਂ ਵੀ ਆਪਾਂ ਕਿਸੇ ਬੱਚੇ ਨੂੰ ਨਾ ਆਪਾਂ ਕਿਹਾ ਕਿ ਚਲੋ ਠੀਕ ਹੈ ਬਈ ਹੈ ਨਾ, ਉਹਨੂੰ ਆਪਾਂ ਇੱਕ ਸਟੋਰੀ ਸੁਣਾਈ ਜਾਂ ਫਿਰ ਆਪਾਂ ਸਟੋਰੀ ਨੂੰ ਪੜ੍ਹਨ ਨੂੰ ਦਿੱਤੀ, ਠੀਕ ਹੈ ਜੀ। ਸੋ ਆਪਾਂ ਉਹਨੂੰ ਕਿਹਾ ਕਿ ਇਸ ਸਟੋਰੀ ਦਾ ਕੋਈ ਹੋਰ ਨਾਮ ਰੱਖਿਆ ਜਾ ਸਕਦਾ, ਫਿਰ ਉਹ ਸਾਰੀ ਸਟੋਰੀ ਨੂੰ ਦੁਬਾਰਾ ਰੀਕਾਲ ਕਰੂਗਾ ਤੇ ਸੋਚੂਗਾ ਕਿ ਹਾਂ ਇਹਦਾ ਨਾਮ ਨਾ ਆਪਾਂ ਇਹ ਰੱਖ ਸਕਦੇ ਹਾਂ। ਮਤਲਬ ਕਿ ਉਹ ਸਾਰੀ ਸਟੋਰੀ ਨੂੰ ਦੁਬਾਰਾ ਰੀਕਾਲ ਕਰ ਰਿਹਾ ਨਾ, ਤੇ ਮੈਂਟਲੀ ਸੋਚੇਗਾ ਵੀ, ਕ੍ਰਿਟੀਕਲੀ ਸੋਚੇਗਾ। ਸੋ ਆਪਸ਼ਨ ਨੰਬਰ ਬੀ ਕੀ ਹੈ ਜੀ, ਇਹ ਤੁਹਾਡਾ ਸਹੀ ਜਵਾਬ ਹੋਏਗਾ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਇਹਦੇ ਵਿੱਚ ਤੁਹਾਨੂੰ ਪੁੱਛਿਆ ਜਾ ਰਿਹਾ ਹੈ ਕਿ ਰਾਈਟਿੰਗ ਕੈਨ ਬੀ ਬੈਸਟ ਐਨਹਾਂਸ ਥਰੂ, ਕਿ ਜਿਹੜੀ ਰਾਈਟਿੰਗ ਹੈ ਉਹਨੂੰ ਤੁਸੀਂ ਕਿਵੇਂ ਸੁਧਾਰ ਸਕਦੇ ਹੋ, ਇੰਪਰੂਵ ਕਰ ਸਕਦੇ ਹੋ ਕਿਸੇ ਬੱਚੇ ਦੀ। ਡਰਿਲ ਐਕਟੀਵਿਟੀਜ਼ ਨਾਲ, ਮੈਮੋਰਾਈਜ਼ਿੰਗ ਗਿਵਨ ਸੈਂਪਲ ਬਾਈ ਹਾਰਟ ਨਾਲ, ਜਾਂ ਫਿਰ ਰੀਡਿੰਗ ਮੈਨੀ ਸੈਂਪਲ ਬਿਫੋਰ ਰਾਈਟਿੰਗ ਨਾਲ, ਜਾਂ ਫਿਰ ਪ੍ਰੀਪੇਅਰਿੰਗ ਡਰਾਫਟ ਆਫਟਰ ਬ੍ਰੇਨਸਟੋਰਮਿੰਗ ਐਂਡ ਐਡੀਟਿੰਗ ਫਰਦਰ। ਠੀਕ ਹੈ ਨਾ ਜੀ, ਡਰਿਲ ਐਕਟੀਵਿਟੀਜ਼ ਨਾਲ ਆਪਾਂ ਮੰਨ ਲੈਂਦੇ ਹਾਂ ਕਿ ਸ਼ਾਇਦ ਹਾਂ ਇੰਪਰੂਵ ਕੀਤੀ ਜਾ ਸਕਦੀ ਹੈ। ਮੈਮੋਰਾਈਜ਼ਿੰਗ ਨਾਲ ਕਿਵੇਂ ਰਾਈਟਿੰਗ ਯਾਦ ਕੀਤੀ ਜਾ ਸਕਦੀ ਹੈ ਨਾ, ਮੈਮੋਰਾਈਜ਼ਿੰਗ ਨਾਲ ਤਾਂ ਬੱਚੇ ਇਨਹਾਂਸ ਨਹੀਂ ਕਰ ਸਕਦੇ। ਰੀਡਿੰਗ ਮੈਨੀ ਸੈਂਪਲ ਬਿਫੋਰ ਰਾਈਟਿੰਗ, ਵੀ ਬਹੁਤ ਸਾਰੀਆਂ ਪਹਿਲਾਂ ਆਪਾਂ ਬਹੁਤ ਕੁਝ ਲਿਖ ਲਾਂਗੇ ਫਿਰ ਕੁਝ ਹੱਦ ਤੱਕ ਇਹਨੂੰ ਮੰਨ ਲੈਂਦੇ ਆ। ਬਟ ਆਪਸ਼ਨ ਨੰਬਰ ਡੀ ਵੇਖੋ, ਪ੍ਰੀਪੇਅਰਿੰਗ ਡਰਾਫਟ ਆਫਟਰ ਬ੍ਰੇਨਸਟੋਰਮਿੰਗ। ਬ੍ਰੇਨਸਟੋਰਮਿੰਗ ਕੀ ਸੀਗੀ ਜੀ, ਆਪਾਂ ਸਮਝਿਆ ਸੀਗਾ ਬ੍ਰੇਨਸਟੋਰਮਿੰਗ ਦੇ ਵਿੱਚ ਬੱਚਾ ਨਾ ਇੱਕ ਥਾਂ ਤੇ ਬੈਠ ਕੇ ਇੱਕ ਜਦੋਂ ਆਪਾਂ ਪ੍ਰੋਬਲਮ ਨੂੰ ਸੋਲਵ ਕਰਨਾ ਹੁੰਦਾ, ਕਾਫੀ ਸਾਰੇ ਆਈਡੀਆਜ਼ ਲੈ ਕੇ ਆਉਂਦਾ, ਉਹਨੂੰ ਇਕੱਠੇ ਕਰਦਾ। ਕਾਫੀ ਸਾਰੇ ਆਈਡੀਆਜ਼ ਨੂੰ ਜਦੋਂ ਇਕੱਠੇ ਕਰ ਲੈਂਦਾ ਹੈ ਫਿਰ ਉਹ ਲਿਖਣਾ ਸ਼ੁਰੂ ਕਰਦਾ ਹੈ। ਸੋ ਇਹ ਗੱਲ ਠੀਕ ਹੈ ਜੀ, ਪਹਿਲਾਂ ਉਹ ਡਰਾਫਟ ਪ੍ਰੀਪੇਅਰ ਕਰੇਗਾ ਬ੍ਰੇਨਸਟੋਰਮਿੰਗ ਤੋਂ ਬਾਅਦ, ਐਂਡ ਬਾਅਦ ਵਿੱਚ ਉਹਨੂੰ ਐਡਿਟ ਕਰੇਗਾ। ਸੋ ਇਹਦੇ ਨਾਲ ਇਹਦੀ ਜਿਹੜੀ ਰਾਈਟਿੰਗ ਹੈ ਜੀ ਬੱਚੇ ਦੀ ਉਹ ਇੰਪਰੂਵ ਹੋਏਗੀ ਕਾਫੀ। ਆਪਸ਼ਨ ਨੰਬਰ ਡੀ ਨੂੰ ਕਰ ਲਿਓ ਟਿਕ। ਚੱਲਦੇ ਹਾਂ ਅਗਲੇ ਪ੍ਰਸ਼ਨ ਤੇ। ਅਗਲਾ ਪ੍ਰਸ਼ਨ ਹੈ ਜੀ, I cutted the cake into 2 equal halves and given one to my younger brother. The error made by the child in above sentence is due to। ਸੋ ਇਹਦੇ ਵਿੱਚ ਹੁੰਦਾ ਕੀ ਹੈ ਵੀ ਇੱਕ ਜਿਹੜਾ ਬੱਚਾ ਹੈ ਉਹਨੇ ਇੱਕ ਸੈਂਟੈਂਸ ਪੜਿਆ। ਹੁਣ ਇਹ ਸੈਂਟੈਂਸ ਦੀ ਮੈਂ ਕੀ ਪੰਜਾਬੀ ਦੱਸਾਂ, ਤੁਸੀਂ ਇੱਕ ਵਾਰ ਵੈਸੇ ਵੇਖ ਲਓ। ਇਹਦੇ ਨਾਲ ਕੀ ਹੋਇਆ ਕਿ ਜਿਹੜਾ ਇਹ ਸੈਂਟੈਂਸ ਉਹਦੇ ਵਿੱਚ ਨਾ ਆਹ ਵਾਲਾ ਜਿਹੜਾ ਸੈਂਟੈਂਸ ਦਿੱਤਾ ਹੋਇਆ ਇਹਦੇ ਵਿੱਚ ਐਰਰ ਹੈ। ਸੋ ਤੁਹਾਨੂੰ ਇਹ ਪੁੱਛਿਆ ਜਾ ਰਿਹਾ ਕਿ ਇਹ ਜਿਹੜਾ ਐਰਰ ਦਿੱਤਾ ਗਿਆ ਬੱਚੇ ਦੁਆਰਾ ਕੀਤਾ ਗਿਆ ਉਹ ਕਿਉਂ ਕੀਤਾ ਗਿਆ, ਓਵਰ ਜਰਨਲਾਈਜੇਸ਼ਨ ਨਾਲ, ਮਿਸ ਇਨਫੋਰਮੇਸ਼ਨ ਨਾਲ, ट्रांसफरेंस नाल या फिर ओमिशन नाल। वैसे दोस्तों तुसी 3 फॉर्म्स ऑफ वर्ब जरूर पढ़िया होगा, ठीक है ना जी, 3 फॉर्म्स ऑफ वर्ब जरूर पढ़िया होगा। जिवें कि पोस्ट, ये की है जी, पोस्ट की हुंदी है डाक, इहदे नाल आपां जदों ईडी लगा दिंने आ, ईडी सैकंड फॉर्म दे विच ते थर्ड फॉर्म दे विच भी आपां ईडी लगा दिंने आ, पोस्टेड बन जांदा फिर, ठीक है ना जी। सो जो आपां जेकर आपां कट नूं जेकर आपां सैकंड ते थर्ड फॉर्म दे विच बनाउणा होवे फिर ਉਹਦੇ ਨਾਲ ईडी नहीं लगता, ठीक है ना जी। मतलब कि कुछ रूल्स ਇਹੋ ਜਿਹੇ ਹੁੰਦੇ ਆ, कुछ वर्ड ਇਹੋ ਜਿਹੇ ਹੁੰਦੇ ਆ ਜਿਨ੍ਹਾਂ ਤੇ ਇਹ ਜਿਹੜੇ ਰੂਲ ਹੈਗੇ ਆ ਲਾਗੂ ਨਹੀਂ ਹੁੰਦੇ ईडी ਵਾਲੇ, ठीक है ना जी। सो ਉੱਥੇ ਕਿਤੇ ਹੋਰ ਚੀਜ਼ਾਂ ਲੱਗ ਜਾਂਦੀਆਂ ਜਿਵੇਂ ਸਿੰਕ, ਸੈਂਕ, ਸੰਕ, ਕਾਫੀ ਸਾਰੀਆਂ ਮਤਲਬ 3 ਫਾਰਮਸ ਆਫ ਵਰਬ ਹੈਗੇ ਆ ਜਿੱਥੇ ਰੂਲਸ ਉਹਨਾਂ ਦੇ ਡਿਫਰੈਂਟ ਹੁੰਦੇ ਆ, ਠੀਕ ਹੈ ਨਾ ਜੀ। ਸੋ ਇਹਦੇ ਵਿੱਚ ਬੱਚਾ ਕਟਡ ਕਹਿ ਰਿਹਾ, मतलब कि ਜਿਹੜੇ ਰੂਲਸ ਸੀਗੇ, ठीक है ना जी, एक स्पैसिफिक रूल इन्हां लई वखरा हैगा बट उन्हें की कीता, ओवर जनरलाइज करता जिहड़ियां चीज़ां सीगियां, ठीक है ना जी। मतलब वो सारे रूल्स उन्हें सारे ही वर्ड ते इंप्लीमेंट करते जिहड़े उन्हें रूल्स पढ़े सीगे कि हाँ भी आपां ईडी लगा दिंने आ। सो ये की कर रहा बच्चा, ये ओवर जनरलाइजेशन कर रहा। सो ऑप्शन नंबर ए है जी, ये तुहाडा सही जवाब है। चलते हैं अगले प्रश्न ते। अगला जिहड़ा प्रश्न है जी ਇਹਦੇ ਵਿੱਚ ਪੁੱਛਿਆ ਜਾ ਰਿਹਾ ਮਲਟੀਮੀਡੀਆ ਰਿਸੋਰਸਸ। ਜਿਹੜੇ ਮਲਟੀਮੀਡੀਆ ਰਿਸੋਰਸਸ ਹੁੰਦੇ ਆ ਜਿਵੇਂ ਕਿ ਪ੍ਰੋਜੈਕਟਰ ਹੋ ਗਿਆ ਜਾਂ ਫਿਰ ਕਹਿ ਲਓ ਕਿ LCD ਹੋ ਗਈ, ਤੁਸੀਂ ਹੋਰ ਵੀ ਕਾਫੀ ਸਾਰੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨੇ ਜਿਹਦੇ ਥਰੂ ਬੱਚਿਆਂ ਨੂੰ ਪੜਾਉਂਦੇ ਹੋ, ਟੀਚਿੰਗ ਲਰਨਿੰਗ ਏਡ, ਵਿਜ਼ੂਅਲ ਏਡ, ਆਡੀਓ ਏਡਸ। ਸੋ ਇਹ ਜਿਹੜੇ ਵੀ ਮਲਟੀਮੀਡੀਆ ਰਿਸੋਰਸਸ ਹੈਗੇ ਆ ਇਹ ਕੀ ਕਰਦੇ ਆ, ਆਰ ਐਨ ਐਕਸਲੈਂਟ ਰਿਪਲੇਸਮੈਂਟ ਫॉर ਟੀਚਰ ਇਨ ਆਲ ਕਲਾसेस।
कि ये कह रहे हैं कि ना ये टीचरां नूं रिप्लेस कर सकदी है, रिप्लेसमेंट कर सकदी है वधिया तरीके नाल, कि टीचरां दी कोई लोड़ नहीं हैगी, इन्हां मल्टीमीडिया रिसोर्सेज ही काफ़ी हैगे आ। या फिर कैन बी यूज इफेक्टिवली विद हायर क्लासेस ओनली, इन्होंने सिर्फ वड्डियां क्लासां लई ही चंगे तरीके नाल वरतिया जा सकता है। या फिर क्रिएट एम्बीगुइटी इन द माइंड ऑफ लर्नर, एम्बीगुइटी का मतलब ये होंदा कि ਜਦੋਂ ਆਪਾਂ ना कन्फ्यूज जे हो जाने दो चीज़ों को लैके, सो ਉਹਦੇ ਵਿੱਚ एक गल की जा रही है कि ਜਿਹੜੇ लर्नर्स होणगे भी उन्होंने ना कन्फ्यूजन पैदा करते हैं, बस तुसीं इन्ना समझ लो कि उन्होंने दिमाग ਦੇ ਵਿੱਚ कन्फ्यूजन पैदा हो जाती है ਜਦੋਂ ਆਪਾਂ मल्टीमीडिया रिसोर्सिस की गल करते हैं फिर वरतों करते हैं। या फिर कैन बी एक्सप्लेनड एज अ लर्निंग रिसोर्स इफ यूज जुडिशली, जुडिशली का भाव यह है कि आप सोच समझ के जो भी इन्होंने रिसोर्सिस यूज करांगे तो अपने नाल की होएगा जी, फिर इनू आप एज अ संसाधन एज अ रिसोर्स इनू बहुत वधिया तरीके नाल यूज कर सकते हैं। कैन बी एक्सप्लोर्ड एज अ लर्निंग रिसोर्स इफ यूज जुडिशली। सो दोस्तों ये गल बिल्कुल ठीक कही है इन्होंने, ऑप्शन नंबर डी तुहाडा होएगा सही जवाब कि ਜਿਹੜੇ ਮਲਟੀਮੀਡੀਆ ਰਿਸੋਰਸਸ ਹੁੰਦੇ ਹੈਗੇ ਆ ਜੀ ਟੀਚਰਾਂ ਦੀ ਤਾਂ ਬਿਲਕੁਲ ਲੋੜ ਪੈਣੀ ਆ। ਆਪਸ਼ਨ ਨੰਬਰ ਏ ਤਾਂ ਵੈਸੇ ਗਲਤ ਹੋ ਗਿਆ ਕਿਉਂਕਿ ਵਿਦਆਊਟ ਟੀਚਰ ਇਹਨਾਂ ਨੂੰ ਯੂਜ਼ ਕਰੇਗਾ ਵੀ ਕੌਣ, ਟੀਚਰ ਨੂੰ ਪਤਾ ਨਾ ਕਿ ਇਹਨੂੰ ਕਿੱਥੇ ਲੋੜ ਯੂਜ਼ ਕਰਨ ਦੀ ਲੋੜ ਹੈਗੀ ਆ। ਤੇ ਕਈ ਟੌਪਿਕ ਇਹੋ ਜਿਹੇ ਵੀ ਹੁੰਦੇ ਆ ਜਿਹਨੂੰ ਮਲਟੀਮੀਡੀਆ ਨਹੀਂ ਸਮਝਾ ਸਕਦਾ, ਸਿਰਫ ਟੀਚਰ ਹੀ ਸਮਝਾ ਸਕਦੇ ਆ। ਤੇ ਇਹਨਾਂ ਮਲਟੀਮੀਡੀਆ ਨੂੰ ਹਨਾ ਪ੍ਰੋਪਰ ਜੁਡੀਸ਼ਲੀ ਯੂਜ਼ ਕਰਨਗੇ ਉਹ, ਫਿਰ ਹੀ ਬੱਚੇ ਨੂੰ ਕਹਿ ਲਓ ਵੀ ਚੰਗੀ ਤਰ੍ਹਾਂ ਸਮਝਾ ਸਕਦੇ ਆ। ਸੋ ਆਪਸ਼ਨ ਨੰबर डी ਤੁਹਾਡਾ ਸਹੀ ਜਵਾਬ ਹੈ ਜੀ। ਚੱਲਦੇ ਆ ਅਗਲੇ ਪ੍ਰਸ਼ਨ ਤੇ। अगला जिहड़ा प्रश्न है, एन ऐसे ऑन द टॉपिक पोल्यूशन इज एन एग्जाम्पल ऑफ। सो एक ऐसे लिखण नूं दिता गया पोल्यूशन ते, सो एक कादी उदाहरण है, एन एक्सपोजिटरी टेक्स्ट, एन नरेटिव टेक्स्ट या फिर हिस्टोरिकल टेक्स्ट या फिर एन इमेजिनेटिव टेक्स्ट। सो दोस्तों पोल्यूशन ते जेकर आपां किसी नूं की कह रहे हैं जी, एक आपां कहा कि चलो ठीक है जी ऐसे लिखो, सो इहनूं तुसीं किवें वेखदे हो। सो जेकर तुसीं इत्थे वेखदे हो मतलब कि बच्चा कुछ नरेट तां नहीं कर रहा ना, इहदे विच बच्चा मेनली बस लिखेगा, समझाएगा तुहानूं कि पोल्यूशन है कि पोल्यूशन के इफेक्ट बारे दसेगा, सारियां गल्लां दसेगा। ये कोई हिस्टोरिकल गल भी नहीं हैगी, ना कोई इमेजिनेशन इहदे विच करन दी लोड़ है, क्योंकि बच्चा जो कुछ लिखेगा इहदे विच वो की लिखेगा, जो कुछ उन्हें पोल्यूशन दे विच वेख्या है उहदे की लाभ हानियां हैगियां। लाभ तो चलो कोई है नहींगा, मतलब हानियां ही आ पोल्यूशन दियां, सो ਉਹਦੇ ਬਾਰੇ ਲਿਖੇਗਾ। ਸੋ ਇਹਦਾ ਜਿਹੜਾ ਸਹੀ ਜਵਾਬ ਹੋਏਗਾ ਜੀ ਐਨ ਐਕਸਪੋਜ਼ਿਟਰੀ ਟੈਕਸਟ, ਐਨ ਐਕਸਪੋਜ਼ਿਟਰੀ ਟੈਕਸਟ। ਆਪਸ਼ਨ ਨੰਬਰ ਏ ਨੂੰ ਕਰ ਲਿਓ ਟਿਕ। ਇਸ ਦੇ ਨਾਲ ਹੀ ਚੱਲਦੇ ਹਾਂ ਆਪਾਂ ਅਗਲੇ ਪ੍ਰਸ਼ਨ ਤੇ। ਅਗਲਾ ਜਿਹੜਾ ਪ੍ਰਸ਼ਨ ਹੈ ਜੀ, ਅਕੋਰਡਿੰਗ ਟੂ ਕ੍ਰਿਟੀਕਲ ਪੀਰੀਅਡ hypothesis which of the following factor is linked to the language acquisition process। ਦੋਸਤੋ ਤੁਹਾਨੂੰ ਕੀ ਪੁੱਛਿਆ ਜਾ ਰਿਹਾ ਹੈ ਜੀ, ਕ੍ਰਿਟੀਕਲ ਪੀਰੀਅਡ ਹਾਈਪੋਥੀਸਿਸ, ਇਹਨਾਂ ਦੇ ਵਿੱਚੋਂ ਦੱਸੋ ਕਿਹੜਾ ਜਿਹੜਾ ਫੈਕਟਰ ਹੈ ਉਹ ਲੈਂਗੁਏਜ ਐਕੁਆਜੀਸ਼ਨ ਪ੍ਰੋਸੈਸ ਦੀ ਗੱਲ ਕਰਦਾ ਹੈ। ਲੈਂਗੁਏਜ ਐਕੁਆਜੀਸ਼ਨ ਡਿਵਾਈਸ ਵੀ ਤੁਹਾਨੂੰ ਮੈਂ ਦੱਸਿਆ ਸੀਗਾ, ਠੀਕ ਹੈ ਨਾ ਜੀ। ਸੋ ਇਹਦੇ ਵਿੱਚ ਮੇਨਲੀ ਹੁੰਦਾ ਕਿ ਜਿਹੜੇ ਬੱਚੇ ਹੁੰਦੇ ਨੇ ਜੀ ਉਹ ਜਨਮ ਤੋਂ ਹੀ ਕੁਝ ਹੈ ਨਾ ਲੈਂਗੁਏਜ ਦੀ ਭਾਸ਼ਾ ਦੀ ਜਿਹੜੀ ਆਈਨੇਟ ਐਬਿਲਿਟੀਜ਼ ਹੁੰਦੀਆਂ ਜੀ ਉਹ ਲੈ ਕੇ ਆਉਂਦੇ ਆ। ਸੋ ਇਹ ਮੇਨਲੀ ਜਿਹੜੀ ਗੱਲ ਹੈ ਨਾ ਕਿਹਦੇ ਨਾਲ ਲਿੰਕ ਕੀਤੀ ਜਾਂਦੀ ਹੈ ਜੀ, ਇਹ ਬਾਇਓਲੋਜੀਕਲ ਏਜ ਦੀ ਗੱਲ ਕੀਤੀ ਜਾਂਦੀ ਹੈ। ਮਤਲਬ ਕਿ ਇਹ ਬਾਇਓਲੋਜੀਕਲ ਪ੍ਰੋਸੈਸ ਦੇ ਵਿੱਚ ਨਾ ਵੀ ਕਾਫੀ ਜਿਹੜੇ ਬੱਚੇ ਹੁੰਦੇ ਹੈਗੇ ਆ ਜੀ, ਕਾਫੀ ਕਿ ਮਤਲਬ ਸਾਰੇ ਹੀ ਜਿਹੜੇ ਬੱਚੇ ਹੁੰਦੇ ਆ ਉਹ ਜਦੋਂ ਜਨਮ ਲੈਂਦੇ ਆ ਨਾ ਉਹ ਕੀ ਕਰਦੇ ਆ ਜੀ, ਕੁਝ ਆਪਦੇ ਵਿੱਚ ਆਇਨੇਟ ਐਬਿਲਿਟੀਜ਼ ਹੁੰਦੀਆਂ ਉਹ ਜਨਮ ਤੋਂ ਬਾਅਦ ਹੀ ਲੈ ਕੇ ਆਉਂਦੇ ਆ, ਠੀਕ ਹੈ ਨਾ ਜੀ। ਸੋ ਆਪਸ਼ਨ ਨੰਬਰ ਏ ਇਜ਼ ਦਾ ਰਾਈਟ ਆਨਸਰ। ਹੁਣ ਵੇਖਦੇ ਹਾਂ ਅਗਲੇ ਪ੍ਰਸ਼ਨ ਨੂੰ। ਅਗਲੇ ਪ੍ਰਸ਼ਨ ਨੂੰ ਜੇ ਪੜਨ ਤੋਂ ਪਹਿਲਾਂ ਵੇਖ ਲਓ ਵੀ 3 ਲੈਂਗੁਏਜ ਫਾਰਮੂਲਾ ਦੀ ਗੱਲ ਕੀਤੀ ਜਾ ਰਹੀ ਹੈ। ਦ ਆਬਜੈਕਟਿਵ ਆਫ 3 language formula is to ensure the promotion of Hindi as a national language. Option number B, the promotion of multilingualism in the curriculum. Option number 3, the promotion of regional language at least as a third language. या फिर option number D, the promotion of English as a connecting language. So दोस्तों ਇੱਥੇ ਜਿਹੜਾ ਤੁਹਾਡਾ ਸਹੀ ਜਵਾਬ ਹੋਏਗਾ ਜੀ ਕੀ ਹੋਏਗਾ, ਆਪਸ਼ਨ ਨੰਬਰ ਏ ਨੂੰ ਵੇਖੋ, ਦ ਪ੍ਰਮੋਸ਼ਨ ਆਫ ਹਿੰਦੀ ਐਜ਼ ਅ ਨੈਸ਼ਨਲ ਲੈਂਗੁਏਜ। ਆਪਾਂ ਕਦੇ ਵੀ ਨਾ ਇੱਕ ਲੈਂਗੁਏਜ ਨੂੰ ਪ੍ਰਮੋਟ ਨਹੀਂ ਕਰਦੇ, ਆਪਾਂ ਮੇਨਲੀ ਜਦੋਂ ਆਪਣੇ ਕਰਿਕੂਲਮ ਦੇ ਵਿੱਚ ਬੱਚਿਆਂ ਦੇ ਕਰਿਕੂਲਮ ਦੇ ਵਿੱਚ ਆਪਣੇ ਐਜੂਕੇਸ਼ਨ ਸਿਸਟਮ ਦੇ ਵਿੱਚ ਜਿਹੜਾ 3 ਲੈਂਗੁਏਜ ਫਾਰਮੂਲਾ ਦਿੱਤਾ ਗਿਆ ਉਹਦਾ ਮੇਨ ਆਬਜੈਕਟਿਵ ਤਾਂ ਇਹੀ ਹੈ ਨਾ ਵੀ ਬੱਚਿਆਂ ਦੇ ਵਿੱਚ ਜਿਹੜੀ ਮਲਟੀਲਿੰਗੁਅਲਿਜ਼ਮ ਦੀ ਜਿਹੜੀ ਭਾਵਨਾ ਹੈਗੀ ਆ, ਬਹੁ ਭਾਸ਼ਾਵਾਦ ਦੀ ਜਿਹੜੀ ਹੈ ਗੱਲ, ਉਹਨੂੰ ਮਤਲਬ ਪ੍ਰਮੋਟ ਕੀਤਾ ਜਾਵੇ, ਉਹ ਲਿਆਂਦਾ ਜਾਵੇ। ਸੋ ਇਹਦੇ ਵਿੱਚ ਤਾਂ ਸਿਰਫ ਇੱਕ ਭਾਸ਼ਾ ਦੀ ਗੱਲ ਕੀਤੀ ਜਾ ਰਹੀ ਹੈ, ਇਹ ਆਪਸ਼ਨ ਤਾਂ ਹੋ ਗਿਆ ਗਲਤ। ਆਪਸ਼ਨ ਨੰਬਰ ਸੀ ਦੇ ਵਿੱਚ ਵੀ ਹੈ ਨਾ ਇਹ ਰੀਜਨਲ ਲੈਂਗੁਏਜ ਨੂੰ ਪ੍ਰਮੋਟ ਕਰਨ ਦੀ ਗੱਲ ਕਰ ਰਿਹਾ ਹੈ। ਹਾਲਾਂਕਿ ਲੈਂਗੁਏਜ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ, ਬਟ ਆਪਾਂ ਕੀ ਕਰਨਾ ਚਾਹੀਦਾ ਹੈ ਵੀ ਆਪਾਂ ਨੂੰ ਸਾਰੀਆਂ ਲੈਂਗੁਏਜ ਨੂੰ ਵੀ ਇਕੁਅਲੀ ਰਿਸਪੈਕਟ ਦੇਣੀ ਚਾਹੀਦੀ ਹੈ। ਪ੍ਰਮੋਸ਼ਨ ਆਫ ਰੀਜਨਲ ਲੈਂਗੁਏਜ ਐਟ ਲੀਸਟ ਐਸ ਥਰਡ ਲੈਂਗੁਏਜ। ਸੋ ਇੱਥੇ ਘੱਟ ਕਹਿ ਲਓ ਕਿ ਪ੍ਰਮੋਟ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਇੱਥੇ ਥਰਡ ਡੀ ਦੇ ਵਿੱਚ ਇਹ ਕਹਿ ਰਿਹਾ ਕਿ ਅੰਗਰੇਜ਼ੀ ਨੂੰ ਕੀ ਕਰਨਾ ਚਾਹੀਦਾ ਹੈ, ਦਾ ਪ੍ਰਮੋਸ਼ਨ ਆਫ ਇੰਗਲਿਸ਼ ਐਜ਼ ਅ ਕਨੈਕਟਿਵ ਲੈਂਗੁਏਜ, ਵੀ ਅੰਗਰੇਜ਼ੀ ਨੂੰ ਪ੍ਰਮੋਟ ਕਰਨਾ ਚਾਹੀਦਾ ਹੈ। ਬਟ ਜੇਕਰ ਆਪਸ਼ਨ ਨੰਬਰ ਤੁਸੀਂ ਬੀ ਨੂੰ ਵੇਖੋ, द प्रमोशन ऑफ मल्टीलिंगुइज्म इन द करिकुलम, भी एक गल ठीक है भी करिकुलम दे विच ना आपां नूं मल्टीलिंगुअलिज्म दी जिहड़ी गल है बहुभाषावाद है भी आपां उहनूं प्रमोट करना। ऑप्शन नंबर बी नूं कर सकदे हो टिक। चलदे हां जी अज दे आपां लास्ट प्रश्न ते, which is not a compulsory component of model reading। इन्हां दे विचों दसो कि मॉडल रीडिंग लई किहड़ा कंपोनेंट इहदा नहीं हैगा कंपलसरी कंपोनेंट। सो इत्थे तीन जिहड़ियां ऑप्शन हैगियां ना तुहानूं वैसे कॉमन लगणगीਆਂ, करैक्ट प्रोनाउंसिएशन, करैक्ट स्पैलिंग, इंटोनेशन या फिर स्ट्रेस एंड पॉज। सो दोस्तों ਇੱਥੇ ਮੇਨਲੀ ਰੀਡਿੰਗ ਦੀ ਗੱਲ ਕੀਤੀ ਜਾ ਰਹੀ ਹੈ। ਸੋ ਜਦੋਂ ਵੀ ਆਪਾਂ ਰੀਡ ਕਰਦੇ ਹਾਂ ਮਤਲਬ ਇਹ ਵੇਖੋ, ਜਦੋਂ ਮੈਂ ਇਹ ਟੈਕਸਟ ਹੈ ਜਿਹੜਾ ਤੁਹਾਡੇ ਸਾਹਮਣੇ ਜਿਹੜਾ ਪ੍ਰਸ਼ਨ ਹੈ ਇਹਨੂੰ ਮੈਂ ਰੀਡ ਕੀਤਾ,
ਜਿਵੇਂ ਮੈਂ ਦੁਬਾਰਾ ਰੀਡ ਕਰ ਦੇਣਾ, which is not a compulsory component of model reading। ਤੇ ਮੈਂ ਵੇਖੋ ਨਾ ਕਿ ਕੁਐਸਚਨ ਮਾਰਕ ਤੋਂ ਬਾਅਦ ਮੈਂ ਰੁਕ ਗਿਆ ਨਾ, ਮਤਲਬ ਕਿ ਮੈਂ ਚੰਗੀ ਤਰ੍ਹਾਂ ਸਟ੍ਰੈਸ ਦਿੱਤਾ, ਪੌਜ਼ ਲਿਆ ਤੇ ਇਹਦੇ ਵਿੱਚ ਹੀ ਮੈਂ ਇੰਟੋਨੇਸ਼ਨ ਹੈ ਨਾ, ਜਿਵੇਂ ਕਿ ਮੇਰੀ ਆਵਾਜ਼ ਹੈ ਕਦੇ ਉੱਤੇ ਹੋ ਰਹੀ ਹੈ ਕਦੇ ਥੱਲੇ ਹੋ ਰਹੀ ਹੈ, ਜਿਵੇਂ ਕਿ which is not a compulsory component of model reading। ਜਦੋਂ ਮੈਂ ਇਹ ਰੀਡ ਕੀਤਾ ਇਹਦੇ ਨਾਲ ਮੈਂ ਪ੍ਰੋਪਰ ਸਟ੍ਰੈਸ ਲੈ ਰਿਹਾ, ਪੌਜ਼ ਦੇ ਰਿਹਾ ਤੇ ਇਹਦੇ ਜਿਹੜੇ ਇੰਟੋਨੇਸ਼ਨ ਹੈ, ਮੇਰੀ ਜਿਹੜੀ ਆਵਾਜ਼ ਹੈਗੀ ਆ ਕਦੇ ਵੱਧ ਰਹੀ ਹੈ ਕਦੇ ਘਟ ਰਹੀ ਹੈ, ਇਹ ਵੀ ਕਰ ਰਿਹਾ ਮੈਂ। ਪ੍ਰੋਨੰਸੀਏਸ਼ਨ ਵੇਖੋ, ਮੇਰੀ ਜਿਹੜੀ ਪ੍ਰੋਨੰਸੀਏਸ਼ਨ ਹੈ ਉਹ ਕਰੈਕਟ ਹੈ ਜਾਂ ਨਹੀਂ ਹੈ ਇਹ ਤੁਸੀਂ ਵੇਖੋ, ਬਟ ਮੈਂ ਪੂਰੀ ਕੋਸ਼ਿਸ਼ ਕਰ ਰਿਹਾ, ਠੀਕ ਹੈ ਨਾ ਜੀ। ਸੋ ਇਹਦੇ ਵਿੱਚ ਮਤਲਬ ਕਿ ਜਦੋਂ ਮੈਂ ਇਹ ਸੈਂਟੈਂਸ ਰੀਡ ਕੀਤਾ ਇਹਦੇ ਵਿੱਚ ਮੈਂ ਕਰੈਕਟ ਪ੍ਰੋਨੰਸੀਏਸ਼ਨ ਦਾ ਧਿਆਨ ਰੱਖਿਆ, ਇੰਟੋਨੇਸ਼ਨ ਦਾ ਧਿਆਨ ਰੱਖਿਆ ਤੇ ਸਟ੍ਰੈਸ ਐਂਡ ਪੌਜ਼ ਵੀ ਦਿੱਤਾ, ਬਟ ਮੈਂ ਕਿਸੇ ਦੇ ਸਪੈਲਿੰਗ ਤਾਂ ਨਹੀਂ ਬੋਲੇ ਨਾ, ਕਿਸੇ ਦਾ ਸਪੈਲਿੰਗ ਤਾਂ ਪੜ੍ਹ ਕੇ ਬੋਲਿਆ ਨਹੀਂ ਮੈਂ। ਸੋ ਆਪਸ਼ਨ ਨੰਬਰ ਬੀ ਤੁਹਾਡਾ ਕੀ ਹੋਏਗਾ ਜੀ, ਇਹ ਤੁਹਾਡਾ ਸਹੀ ਜਵਾਬ ਹੋਏਗਾ। ਇਹਨੂੰ ਤੁਸੀਂ ਕਰ ਲਓ ਜੇ ਟਿਕ। ਤੇ ਇਹੀ ਅੱਜ ਦਾ ਆਪਣਾ ਲਾਸਟ ਪ੍ਰਸ਼ਨ ਸੀ। ਉਮੀਦ ਕਰਦਾ ਸੈਸ਼ਨ ਨੂੰ ਤੁਸੀਂ ਇੰਜੋਏ ਜ਼ਰੂਰ ਕੀਤਾ ਹੋਵੇਗਾ। ਜੇਕਰ ਇੰਜੋਏ ਕੀਤਾ ਹੈ ਤਾਂ ਸੈਸ਼ਨ ਨੂੰ ਲਾਈਕ ਜ਼ਰੂਰ ਕਰੋ। ਚੈਨਲ ਨੂੰ ਹਜੇ ਵੀ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਤੇ ਆਪਦੇ ਦੋਸਤਾਂ ਨੂੰ ਵੀ ਸ਼ੇਅਰ ਕਰੋ। ਤੇ ਦੋਸਤੋ ਇਸ ਦੇ ਨਾਲ ਹੀ ਆਪਾਂ ਵੀਡੀਓ ਨੂੰ ਕਰਦੇ ਹਾਂ ਖਤਮ। ਤੁਹਾਡੀ ਕੋਈ ਕੁਐਰੀ ਹੋਵੇ ਤੁਸੀਂ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰ ਸਕਦੇ ਹੋ। ਤੇ ਥੈਂਕ ਯੂ ਸੋ ਮਚ ਫॉर ਵਾਚਿੰਗ। ਗॉड ਬlesਸ ਯੂ।